ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਨਾਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਸ਼ੁਕਰ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ, ਕਵਣ ਜਿਤ ਹੋਆ ਆਕਾਰ। ਬੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨ ਪਾਇਓ ਕਾਦੀਆਂ, ਜਿਨ ਲੇਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੈ, ਆਪੇ ਜਾਣੈ ਸੋਈ। ਇਸ ਬਚਨ ਦੇ ਅੰਦਰ ਪਾਤਸ਼ਾਹ ਜੋ ਪਿੱਛੇ ਕੁਛ ਮੱਤਾਂ ਚਲੀਆਂ ਆ ਰਹੀਆਂ ਹਨ, ਉਹਨਾਂ ਨੇ ਵੀ ਇਹ ਜਿਹੜੀ ਰਚਨਾ ਰਚੀ ਗਈ ਹੈ, ਸ੍ਰਿਸ਼ਟੀ ਰਚੀ ਗਈ ਹੈ, ਇਸ ਬਾਰੇ ਆਪਣੇ ਗ੍ਰੰਥਾਂ ਦੇ ਅੰਦਰ, ਪੋਥੀਆਂ ਦੇ ਅੰਦਰ ਬਹੁਤ ਕੁਝ ਲਿਖਿਆ। ਉਹ ਸੋਝੀ ਸਾਨੂੰ ਵੀ ਪਾਤਸ਼ਾਹ ਬਖਸ਼ਦੇ ਆ ਕਿ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਹੋਈ। ਲੱਖਾਂ ਕਰੋੜਾਂ ਸਾਲ ਧਰਤੀ ਨੂੰ ਠੰਡੀ ਹੋਣ ਵਾਸਤੇ ਲੱਗੇ। ਫਿਰ ਜੀਵ ਜੰਤ ਪੈਦਾ ਹੋਏ, 84 ਲੱਖ ਜੂਨ ਭੋਗ ਕੇ ਫਿਰ ਕਿਤੇ ਮਨੁੱਖੀ ਸਰੀਰ ਮਿਲਿਆ। ਸੋ ਪੁਰਾਣਾਂ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ। ਸੋ ਕਹਿੰਦੇ ਆਦਮੀ ਤਾਂ ਹੈ ਨਹੀਂ ਸੀ ਸ੍ਰਿਸ਼ਟੀ ਰਚਣ ਵੇਲੇ, ਕਿਤੇ ਬਾਅਦ ਵਿੱਚ ਹਿਸਾਬ ਕਿਤਾਬ ਲਾਇਆ ਤੇ ਦਿਨ ਵਾਰ ਬਣਾਏ। ਸੋ ਵੇਲਾ ਭਾਵ ਕੇ ਸ਼ੁਭ ਮੁਹੂਰਤ, ਪੰਡਤ ਜੋਤਸ਼ੀ ਇਹ ਵੀ ਦੱਸਦੇ ਹਨ। ਮੁਸਲਮਾਨ ਵੀ ਇਸ ਪੌੜੀ ਵਿੱਚ ਪਹਿਲਾਂ ਮਨਮੱਤਾਂ, ਜਿਨ੍ਹਾਂ ਨੂੰ ਲੋਕੀ ਧਰਮ ਮੰਨਦੇ ਹਨ, ਉਹਨਾਂ ਦੀ ਵੀ ਗੱਲ ਕੀਤੀ। ਫਿਰ ਗੁਰਮੁਖਾਂ ਦੀ, ਸਾਰਾ ਕੁਝ ਪਾਤਸ਼ਾਹ ਨੇ ਇਹਦੇ ਵਿੱਚ ਦੱਸਿਆ ਕਿ ਉਹ ਕਹਿੰਦੇ ਹਨ ਵੀ ਇਸ ਦਿਨ ਨੂੰ ਸ੍ਰਿਸ਼ਟੀ ਦੀ ਰਚਨਾ ਹੋਈ। ਫਿਰ ਜਿਹੜਾ ਰੱਬ ਹੈ, ਉਹਨੇ 7 ਦਿਨਾਂ ਦੇ ਵਿੱਚ, 6 ਦਿਨਾਂ 'ਚ ਸ੍ਰਿਸ਼ਟੀ ਬਣਾਈ, 7ਵੇਂ ਦਿਨ ਆਰਾਮ ਕੀਤਾ। ਸੋ ਪਾਤਸ਼ਾਹ ਕਹਿੰਦੇ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਵਾਰ। ਵੀ ਕਿਹੜਾ ਸਮਾਂ ਸੀ ਉਸ ਵੇਲੇ ਜਦੋਂ ਮਨੁੱਖੇ ਹੈ ਨਹੀਂ ਸੀ, ਤੇ ਫਿਰ ਕਿਵੇਂ ਪਤਾ ਲੱਗ ਗਿਆ? ਕਿਹੜੀ ਥਿਤੀ ਸੀ ਉਸ ਵੇਲੇ? 15 ਥਿਤੀ ਤੈ 7 ਵਾਰ ਤਾਂ ਬਾਅਦ ਵਿੱਚ ਬਣੇ ਆ। ਕਵਣ ਸੋ ਰੁੱਤੀ ਮਹਾ, ਕਵਣ ਜਿਤ ਹੋਆ ਆਕਾਰ। ਵੀ ਕਿਹੜੀ ਰੁੱਤ ਸੀ, ਕਿਹੜੀ ਰੁੱਤ ਨੂੰ ਸ੍ਰਿਸ਼ਟੀ ਰਚੀ, ਕਿਹੜੇ ਮਹੀਨੇ 'ਚ ਰਚੀ ਗਈ, ਕਿਵੇਂ ਬਣੀ, ਆਕਾਰ ਕਿਵੇਂ ਬਣੇ। ਸੋ ਉਹਨਾਂ ਦੀ ਗੱਲ ਕੀਤੀ, ਫਿਰ ਗੁਰਮੁਖਾਂ ਦੀ ਕੀਤੀ ਹੈ। ਸੋ ਪਾਤਸ਼ਾਹ ਜੀ ਕਹਿੰਦੇ ਵੀ ਭਾਈ, ਇਹ ਜਿਹੜੀ ਸ੍ਰਿਸ਼ਟੀ ਰਚੀ ਸੀ ਜਦੋਂ, ਉਦੋਂ ਕੋਈ ਮਨੁੱਖ ਤਾਂ ਹੈ ਹੀ ਨਹੀਂ ਸੀ, ਤੇ ਕਿਸੇ ਨੂੰ ਨਹੀਂ ਪਤਾ ਕਿ ਕਿਹੜਾ ਵੇਲਾ ਸੀ, ਵਕਤ ਸੀ, ਮਹੀਨਾ, ਤਰੀਕ, ਰੁੱਤ, ਸਾਲ ਕਿਹੜਾ ਸੀ, ਕਿਉਂਕਿ ਇਹ ਸਭ ਰਚਨਾ ਹੋਣ ਤੋਂ ਬਾਅਦ ਵਿੱਚ ਹੋਂਦ ਵਿੱਚ ਆਇਆ। ਪੰਡਤ ਨੂੰ ਵੇਲਾ ਨਹੀਂ ਸੀ ਪਤਾ। ਜੇ ਪਤਾ ਹੁੰਦਾ ਤਾਂ ਪੁਰਾਣ ਲਿਖੇ, ਉਹਨਾਂ ਵਿੱਚ ਕੁਝ ਲਿਖਿਆ ਪਿਆ ਮਿਲਦਾ।
ਤੇ ਕਾਜੀ ਨੂੰ ਵੀ ਨਹੀਂ ਸੀ ਪਤਾ, ਕੁਰਾਨ ਵਿੱਚ ਕਿਤੇ ਨਹੀਂ ਲਿਖਿਆ ਹੋਇਆ। ਥਿੱਤਾਂ 12, 14 ਪੂਰਨਮਾਸ਼ੀ ਇਹ ਸਭ ਜੋਗੀਆਂ ਨੇ ਬਣਾਏ ਨੇ। ਰਚਨਾ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਹੜੀ ਥਿੱਤ ਵਾਰ ਸੀ। ਬਸ ਇਹ ਤਾਂ ਉਹ ਜਾਣੇ ਜਿਸ ਨੇ ਰਚਨਾ ਰਚੀ ਹੈ। ਸੋ ਬਾਕੀਆਂ ਨੇ ਤਾਂ ਭਰਮ ਵਿੱਚ ਪਾਇਆ ਮਨੁੱਖ ਨੂੰ, ਕਿਉਂਕਿ ਮਨੁੱਖ ਸਭ ਤੋਂ ਭੈ ਵਿੱਚ ਵੱਧ ਰਹਿਣ ਵਾਲਾ ਜੀਵ ਹੈ। ਕਦੇ ਜੋਤਸ਼ੀਆਂ ਨੇ, ਕਦੇ ਪੰਡਤਾਂ ਨੇ, ਕਦੇ ਜੋਗੀਆਂ ਨੇ, ਕਦੇ ਸਾਧਾਂ ਨੇ, ਕਦੇ ਸੰਤਾਂ ਨੇ, ਕਦੇ ਡਾਕਟਰਾਂ ਨੇ, ਕਦੇ ਵੈਦਾਂ ਨੇ, ਬਸ ਆਪਣੀ ਜ਼ਿੰਦਗੀ ਸੌਖੀ ਗੁਜ਼ਾਰਨ ਲਈ ਇਹਨਾਂ ਨੇ ਮਨੁੱਖ ਨੂੰ ਭਰਮ ਚ ਪਾਇਆ। ਪਰ ਭਗਤਾਂ ਨੇ ਮਨੁੱਖ ਨੂੰ ਭੈ ਰਹਿਤ ਕੀਤਾ ਹੈ, ਸੱਚ ਦਾ ਉਪਦੇਸ਼ ਦਿੱਤਾ ਹੈ ਕਿ ਸ੍ਰਿਸ਼ਟੀ ਬਾਰੇ ਨਾ ਸੋਚ, ਆਪਣੇ ਬਾਰੇ ਸੋਚ, ਆਪਣੇ ਬਾਰੇ ਵਿਚਾਰ ਕਰ, ਜੀਵਨ ਸਫਲ ਕਰ। ਸਰੀਰਕ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਨੇ, ਠੀਕ ਵੀ ਹੁੰਦੀਆਂ ਰਹਿੰਦੀਆਂ ਨੇ। ਫਿਕਰ ਕਰ ਹਉਮੈ ਦੀ ਬਿਮਾਰੀ ਦਾ, ਜਿਸ ਦਾ ਇਲਾਜ ਗਿਆਨ ਹੈ, ਨਾਮ ਹੈ, ਉਹ ਪ੍ਰਾਪਤ ਕਰ ਤੇ ਸਦਾ ਲਈ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਜਾ ਮਨਾ। ਸੋ ਪਾਤਸ਼ਾਹ ਨੇ ਇਹਦੇ ਵਿੱਚ ਬੜਾ ਪੁਰਾਣੀਆਂ ਮੱਤਾਂ ਦੀ ਜਿਹੜੀ ਬਣਾਈ ਹੋਈ ਮਨਮੱਤ ਹੈ ਉਸ ਨੂੰ ਨੰਗਾ ਵੀ ਕੀਤਾ ਤੇ ਜਿਹਨੇ ਪਰਮਾਰਥ ਦੇ ਰਸਤੇ ਤੇ ਚੱਲਣਾ ਉਹਨੂੰ ਸੋਝੀ ਵੀ ਬਖਸ਼ੀ ਹੈ ਵੀ ਆਪਾਂ ਨੇ ਇੱਧਰ ਨੂੰ ਨਹੀਂ ਜਾਣਾ ਵੀ ਕਦੋਂ ਇਹ ਸ੍ਰਿਸ਼ਟੀ ਰਚੀ ਗਈ, ਕਿਵੇਂ ਰਚੀ ਗਈ, ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਬਸ ਰਚੀ ਗਈ ਜਿਹੜੀ ਚੀਜ਼ ਸਾਡੇ ਸਾਹਮਣੇ, ਅਸੀਂ ਉਹਦੇ ਵਿੱਚੋਂ ਕੁਝ ਪ੍ਰਾਪਤ ਕਰਨਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤੁਕ ਫੱਕੜੇ ਸਭ ਮੁੱਕਦੀ ਚੱਲੀ ਜਾਣ। ਇਹ ਕਿਤੁਕ ਫੱਕੜੇ ਹੈ ਕਿ ਜਿਹੜਾ ਪਿੱਛੇ ਨੂੰ ਚੇਤੇ ਕਰੀ ਜਾਣਾ। ਜਿਵੇਂ ਸਾਡੇ ਵੀ ਕਹਿ ਦਿੰਦੇ ਵੀ ਪਹਿਲਾਂ ਸਮੇਂ ਬੜੇ ਚੰਗੇ ਸੀ, ਬਈ ਕੱਚੇ ਘਰ ਹੁੰਦੇ ਸੀ, ਬੜੇ ਸੁੱਖ ਸੀ, ਬੜਾ ਆਨੰਦ ਸੀ। ਕੀ ਉਸ ਵੇਲੇ ਤਕਲੀਫਾਂ ਨਹੀਂ ਸੀ? ਕੀ ਉਸ ਵੇਲੇ ਉਹ ਪੱਧਰ ਨਹੀਂ ਸੀ ਹੁੰਦੇ? ਕੀ ਉਸ ਵੇਲੇ ਲੁੱਟਿਆ ਖੋਇਆ ਨਹੀਂ ਸੀ ਜਾਂਦਾ? ਸਭ ਕੁਝ ਉਸੇ ਤਰ੍ਹਾਂ ਦਾ ਚੱਲਦਾ ਹੈ। ਸਿਰਫ ਅਸੀਂ ਖਹਿੜਾ ਛਡਾਉਂਦੇ ਹਾਂ ਹਰ ਇੱਕ ਗੱਲ ਤੋਂ। ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਆਪਣੇ ਆਪੇ ਨੂੰ ਸੁਧਾਰਨ ਦੀ ਗੱਲ ਕਰੋ। ਇਹ ਨਾ ਕਹੋ ਕਿ ਪਹਿਲਾਂ ਸਮਾਂ ਚੰਗਾ ਸੀ ਜਾਂ ਜਿਹੜਾ ਅਗਾਂਹ ਸਮਾਂ ਆਊਗਾ ਉਹ ਪਤਾ ਨਹੀਂ ਕਿਹੋ ਜਿਹਾ ਹੋਊਗਾ। ਜਿਹੜਾ ਸਮਾਂ ਤੁਹਾਡੇ ਕੋਲ ਹੈ ਉਹਨੂੰ ਦੇਖੋ। ਪਾਤਸ਼ਾਹ ਕਹਿੰਦੇ ਕਵਣ ਸਵੇਲਾ ਵਕਤ ਕਵਣ ਥਿਤ ਕਵਣ ਬਾਰ, ਇਹਨਾਂ ਚੱਕਰਾਂ 'ਚ ਨਾ ਪਾਓ। ਨਾ ਕਿਸੇ ਨੂੰ ਪਤਾ ਹੈ। ਜਦੋਂ ਪਾਤਸ਼ਾਹ ਨੇ ਇੱਕ ਗੱਲ ਸਿੱਧੀ ਹੋਈ ਲਿਖਤੀ ਕਿ ਜਾ ਕਰਤਾ ਸਿਰ ਠੀਕੋ ਸਾਜੈ, ਆਪੇ ਜਾਣਾ ਸੋਈ। ਉਹ ਤਾਂ ਹੁਣ ਉਹ ਆਪ ਹੀ ਜਾਣਦਾ ਵੀ ਉਹਨੇ ਸ੍ਰਿਸ਼ਟੀ ਕਿਵੇਂ ਰਚੀ ਹੈ। ਜਿਹੜਾ ਜੀਵ ਹੈ, ਜਦੋਂ ਜੀਵ ਆਪਣੇ ਆਪੇ ਨੂੰ ਜਾਣ ਲੈਂਦਾ ਉਹਨੂੰ ਫਿਰ ਆਪਣੇ ਆਪ ਦਾ ਜ਼ਰੂਰ ਪਤਾ ਲੱਗ ਜਾਂਦਾ ਕਿ ਮੈਂ ਕੌਣ ਹਾਂ। ਇਹੀ ਉਹ ਜਾਣਨ ਆਇਆ, ਇਹੀ ਲਾਹ ਹੈ ਕਿ ਆਪਣੇ ਆਪ ਨੂੰ ਜਾਣ ਲੈਣਾ ਕਿ ਮੈਂ ਕੌਣ ਹਾਂ। ਹੇ ਮੇਰੇ ਮਨਾ, ਜੇ ਤੂੰ ਆਪਣੇ ਆਪੇ ਨੂੰ ਹੀ ਨਹੀਂ ਜਾਣਿਆ ਫਿਰ ਤੂੰ ਭਾਵੇਂ ਬਾਹਰ ਹੀ ਜਾਣ ਵੀ ਲਵੇਂ ਵੀ ਸ੍ਰਿਸ਼ਟੀ ਕਦੋਂ ਬਣੀ ਸੀ, ਕਿਹੜਾ ਮਹੀਨਾ ਬਣਿਆ ਸੀ, ਤਾਂ ਤੈਨੂੰ ਉਹਦਾ ਕੋਈ ਫਾਇਦਾ ਨਹੀਂ ਹੋਊਗਾ। ਜਿਵੇਂ ਹੁਣ ਅਸੀਂ ਵੀ ਸਰੀਰਕ ਤੌਰ 'ਤੇ ਲਿਖ ਦਿੰਦੇ ਵੀ ਫਲਾਣੇ ਦਾ ਜਨਮ ਫਲਾਣੀ ਤਰੀਕ ਨੂੰ ਹੋਇਆ ਸੀ, ਫਲਾਣੀ ਤਰੀਕ ਨੂੰ ਸਰੀਰ ਛੱਡਿਆ, ਅਸੀਂ ਵੀ ਉਹਨਾਂ ਨਾਲ ਜੁੜ ਜਾਂਦੇ ਹਾਂ। ਉਹਦਾ ਸਰੀਰ ਆਇਆ, ਕਿਸੇ ਵੀ ਤਰੀਕ ਨੂੰ ਆ ਸਕਦਾ, ਕਿਸੇ ਤਰੀਕ ਨੂੰ ਜਾ ਸਕਦਾ। ਗੱਲ ਹੈ ਨਿਰਾਕਾਰੀ ਜਨਮ ਕਦੋਂ ਹੋਇਆ ਉਹ ਕੋਈ ਦੱਸੇ, ਉਹ ਉਸ ਤਰੀਕ ਦੱਸੇ। ਜੋਤੀ ਜੋਤ ਕਦੋਂ ਰਲਦੀ ਆ, ਆਤਮਾ ਪ੍ਰਾਤਮਾ ਕਦੋਂ ਇੱਕ ਹੁੰਦੀਆਂ ਨੇ, ਉਹ ਤਰੀਕ ਕੋਈ ਦੱਸੇ। ਉਹ ਨਹੀਂ ਕੋਈ ਦੱਸ ਸਕਦਾ ਕਿਉਂਕਿ ਉਹ ਮਾਇਆ 'ਚ ਹੁੰਦਾ ਹੀ ਨਹੀਂ ਹੈ। ਜਿਹੜੀ ਚੀਜ਼ ਮਾਇਆ 'ਚ ਅਸੀਂ ਉਹ ਦੱਸ ਸਕਦੇ, ਜਿਹੜੀ ਮਾਇਆ ਤੋਂ ਬਾਹਰ ਹੈ ਉਹਨੂੰ ਅਸੀਂ ਕਿਵੇਂ ਦੱਸਾਂਗੇ? ਉਹਦੇ ਲਈ ਸਮਝਿਆ ਜਾਂਦਾ ਹੈ। ਜਦੋਂ ਜੀਵ ਸਮਝਣ ਸ਼ੁਰੂ ਕਰਦਾ ਹੈ, ਸਮਝ ਕੇ ਉਹਨੂੰ ਉਹਦੀ ਬੁਝਾਰਤ ਬੁਝਦਾ ਚਲਾ ਜਾਂਦਾ, ਉਹਨੂੰ ਗੱਲ ਉਹਦੀ ਸਮਝ ਆਈ ਜਾਂਦੀ ਆ, ਉਹ ਸਮਝਦਾ ਸਮਝਦਾ ਪਾਰ ਨਿਕਲ ਜਾਂਦਾ।
ਜਿਵੇਂ ਅਸੀਂ ਕਿਸੇ ਨਕਸ਼ੇ ਤੋਂ ਕੋਈ ਚੀਜ਼ ਨੂੰ ਦੇਖਦੇ ਚੱਲੀਏ ਤੇ ਉਹਦੇ ਬਾਰੇ ਸਮਝਦੇ ਚੱਲੀਏ ਤੇ ਨਾਲ ਚੱਲੀ ਵੀ ਚੱਲੀਏ ਤੇ ਇੱਕ ਦਿਨ ਅਸੀਂ ਉਸ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਜੇ ਹੁਣ ਇਕੱਲਾ ਨਕਸ਼ਾ ਫੜ ਕੇ ਉੱਥੇ ਬੈਠੀ ਉਹਦੀ ਵਿਚਾਰਾਂ ਕਰੀ ਚੱਲੀਏ ਕਿਸੇ ਪਾਸੇ ਨਾ। ਇਸੇ ਤਰ੍ਹਾਂ ਹੀ ਅਸੀਂ ਇਹ ਫੜ ਲਿਆ, ਇਹਦੀ ਖੋਜ 'ਚ ਪੈ ਗਏ ਵੀ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਇਹੋ ਜਿਹੀ ਦੁਨੀਆ ਸੀ, ਇਹੋ ਜਿਹੇ ਮਨੁੱਖ ਸੀ, ਇਹੋ ਜਿਹੇ ਫਲਾਨਾ ਸੀ, ਇਹੋ ਜਿਹਾ। ਤੇ ਗੁਰਬਾਣੀ ਨਹੀਂ ਕਹਿੰਦੀ। ਗੁਰਬਾਣੀ ਕਹਿੰਦੀ ਹੈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਗੁਰਬਾਣੀ ਦਿਲ ਨੂੰ ਖੋਜਣ ਦੀ ਗੱਲ ਕਰਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਇਸ ਗੱਲ ਦਾ ਫਿਕਰ ਕਰ, ਪਾਤਸ਼ਾਹ ਕਹਿੰਦੇ ਇਹ ਤੇਰਾ ਵਿਸ਼ਾ ਨਹੀਂ ਹੈ, ਤੇ ਜੇ ਤੂੰ ਇਸ ਵਿਸ਼ੇ 'ਚ ਪੈ ਵੀ ਜਾਵੇਂਗਾ ਤਾਂ ਕਹਿੰਦੇ ਪ੍ਰਾਪਤੀ ਵੀ ਕੋਈ ਨਹੀਂ ਹੋਈ। ਵੇਲ ਨਾ ਪਾਈਆ ਪੰਡਤ, ਕਹਿੰਦੇ ਪੰਡਤਾਂ ਨੂੰ ਨਹੀਂ ਪਤਾ ਲੱਗਿਆ। ਉਹਨਾਂ ਨੇ ਭਾਵੇਂ ਲਿਖਤਾ ਆਪਣੇ ਗ੍ਰੰਥਾਂ 'ਚ, ਪਰ ਪਤਾ ਕੁਛ ਨਹੀਂ। ਤੇ ਜੇ ਗੁਰਮੁਖਾਂ ਨੇ ਕਿਸੇ ਨੇ ਪਾਇਆ ਹੁੰਦਾ, ਉਹਨਾਂ ਤੋਂ ਪਹਿਲਾਂ ਪਤਾ ਹੁੰਦਾ ਤਾਂ ਪੁਰਾਣ ਲਿਖੇ ਸੀ, ਪੁਰਾਣਾਂ 'ਚ ਕਿਤੇ ਨਹੀਂ ਲਿਖੀ। ਤੇ ਵਕਤ ਨਾ ਪਾਇਓ ਕਾਦੀਆਂ, ਕਹਿੰਦੇ ਕਾਦੀਆਂ ਨੂੰ ਵੀ ਨਹੀਂ ਪਤਾ ਲੱਗਿਆ, ਤੇ ਕੁਰਾਨ 'ਚ ਵੀ ਨਹੀਂ ਕਿਤੇ ਲਿਖਤੀ। ਕਹਿੰਦੇ ਸੋ ਥਿੱਤਵਾਰ ਨਾ ਜੋਗੀ ਜਾਣੇ, ਨਾ ਜੋਗੀ ਜਾਣਦਾ ਕਹਿੰਦੇ। ਪਰ ਜੋਗੀ ਤਾਂ ਕਹਿੰਦੇ ਆ ਕੁਰਾਨ 'ਚ ਲਿਖਿਆ ਨਹੀਂ ਹੋਇਆ। ਜਿਹੜੀਆਂ ਇਸਲਾਮ ਦੀਆਂ ਹੋਰ ਕਿਤਾਬਾਂ ਨੇ ਉਹਨਾਂ 'ਚ ਸਾਰਾ ਕੁਝ ਲਿਖਿਆ ਹੋਇਆ। ਪੁਰਾਣਾਂ 'ਚ ਲਿਖਿਆ ਨਹੀਂ, ਜਿਹੜਾ ਸਿਮਰਤ ਸ਼ਾਸਤਰ ਨੇ ਉਹਨਾਂ 'ਚ ਸਾਰਾ ਕੁਝ ਲਿਖਿਆ ਵੀ ਇਹ ਤਰੀਕ ਨੂੰ ਸ੍ਰਿਸ਼ਟੀ ਬਣੀ, ਆਹ ਬਣੀ, ਪਹਿਲੀ ਆਹ ਹੋਇਆ, ਤਿਮਕਾ ਹੋਇਆ। ਸੋ ਪਾਤਸ਼ਾਹ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣਾ ਸੋਈ। ਉਹ ਆਪ ਹੀ ਜਾਣਦਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਸ਼ਾਹ ਜੀ ਨੇ ਅਨੇਕਾਂ ਝੂਠੀਆਂ ਮੱਤਾਂ ਨੂੰ ਰੱਦ ਕਰ ਦਿੱਤਾ। ਭਾਵੇਂ ਉਹਨਾਂ ਦੇ ਲਿਖੇ ਹੋਏ ਗ੍ਰੰਥ ਸਨ, ਪੁੱਥੀਆਂ ਸਨ, ਜਾਂ ਉਸ ਵੇਲੇ ਧਾਰਮਿਕ ਆਗੂ ਸੀ ਜਿਹੜੇ, ਉਹ ਸਭ ਚੁੱਪ ਹੋ ਗਏ ਜਦੋਂ ਪਾਤਸ਼ਾਹ ਉਹਨਾਂ ਨਾਲ ਵਿਚਾਰਾਂ ਕਰਦੇ ਸਨ ਕਿ ਸ੍ਰਿਸ਼ਟੀ ਕਰਤੇ ਨੇ ਬਣਾਈ ਹੈ, ਉਹ ਜਾਣੇ, ਮੈਨੂੰ ਨਹੀਂ ਪਤਾ, ਮੈਂ ਹੁਕਮ ਬਾਰੇ ਨਹੀਂ ਜਾਣਦਾ, ਕਿਵੇਂ ਆਖਾਂ, ਕਿਵੇਂ ਸਿਫਤ ਕਰਾਂ, ਕਿੰਜ ਬਿਆਨ ਕਰਾਂ, ਨਹੀਂ ਪਤਾ। ਇਮਾਨਦਾਰੀ ਨਾਲ ਕਿਹਾ ਭਗਤਾਂ ਨੇ, ਨਾਲੇ ਕਿ ਸੋਝੀ ਸੀ ਭਗਤਾਂ ਨੂੰ। ਇਹ ਨਹੀਂ ਕਿ ਭਗਤ ਨੂੰ ਸੋਝੀ ਨਹੀਂ ਹੁੰਦੀ, ਸਾਰਾ ਪਤਾ ਹੁੰਦਾ, ਪਰ ਉਹ ਕਹਿੰਦਾ ਵੀ ਕਿਵੇਂ ਬਿਆਨ ਕਰਾਂ, ਕਿਹੜੀ ਸ੍ਰਿਸ਼ਟੀ ਦੀ ਗੱਲ ਕਰਾਂ। ਸ੍ਰਿਸ਼ਟੀ ਕੋਈ ਇੱਕ ਥੋੜੋ ਵਾਲੇ, ਪਤਾ ਨਹੀਂ ਕਿੰਨੀਆਂ ਕੁ ਸ੍ਰਿਸ਼ਟੀਆਂ ਨੇ। ਫਿਰ ਤਾਂ ਸਾਰੀ ਜ਼ਿੰਦਗੀ ਜਿੰਨਾ ਕੁ ਟਾਈਮ ਹੈ ਉਹ ਇਸੇ ਕੰਮ ਤੇ ਲਾ ਦਿਆਂਗੇ। ਜਿਹੜਾ ਸਰੀਰਕ ਟਾਈਮ ਹੈ ਉਹ ਤਾਂ ਬਹੁਤ ਥੋੜ੍ਹਾ ਹੈ। ਥੋੜ੍ਹੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਕਰਨੀ ਹੈ, ਉਹ ਗੱਲ ਕਰਨੀ ਹੈ ਆਤਮਾ ਬਾਰੇ, ਆ ਮਨੁੱਖਾ ਤਨ ਦੇ ਬਾਰੇ, ਇਹਦੇ ਅੰਦਰ ਜਿਹੜੀ ਜੋਤ ਹੈ ਉਹਦੇ ਬਾਰੇ, ਕਿ ਬਹੁਤ ਥੋੜ੍ਹਾ ਸਮਾਂ ਜੀਵਨ ਜਿੱਤ ਕੇ ਜਾਓ। ਪਰ ਸਾਤੋਂ ਪਹਿਲਾਂ ਬਹੁਤ ਕੁਛ ਕਿਹਾ ਪਾਤਸ਼ਾਹ ਕਹਿੰਦੇ। ਕੋਈ ਕਹਿੰਦਾ ਕਿ ਮੈਨੂੰ ਸਾਰਾ ਪਤਾ ਹੈ, ਸਾਡੀ ਮੱਤ ਸ੍ਰੇਸ਼ਟ ਹੈ, ਆਦ ਮੱਤ ਹੈ ਸਾਡੀ। ਸ਼ਿਵ ਜੀ ਦੇ ਚੇਲੇ ਕਹਿੰਦੇ ਆਪਣੀ ਗੱਲ, ਵਿਸ਼ਨ ਦੇ ਚੇਲਿਆਂ ਦੀ ਆਪਣੀ ਗੱਲ, ਪਰ ਦੋਨਾਂ ਦੀ ਮੱਤ ਵੱਖੋ ਵੱਖਰੀ ਹੈ। ਸ਼ਿਵ ਜੀ ਵਾਲੇ ਕਹਿੰਦੇ ਸ਼ਿਵ ਵੱਡਾ ਹੈ, ਵਿਸ਼ਨ ਵਾਲੇ ਕਹਿੰਦੇ ਵਿਸ਼ਨ ਵੱਡਾ ਹੈ। ਕੋਈ ਕਹਿੰਦਾ ਰਾਮਚੰਦਰ ਨੂੰ ਅਵਤਾਰ ਕਹੋ, ਕੋਈ ਕਹਿੰਦਾ ਕ੍ਰਿਸ਼ਨ ਨੂੰ ਭਗਵਾਨ ਮੰਨੋ, ਤੇ ਕੋਈ ਮੰਨੀ ਵੀ ਜਾ ਰਿਹਾ। ਹਰ ਕੋਈ ਆਪਣੇ ਆਪ ਨੂੰ ਸਿਆਣਾ ਸਾਬਤ ਕਰਨ ਲੱਗਿਆ ਹੋਇਆ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਅੱਜ ਸਾਡੇ ਵੀ ਚੱਲਦਾ। ਉਸ ਵੇਲੇ ਉਹਨਾਂ ਨੂੰ ਅਵਤਾਰ ਮੰਨਦੇ ਸੀ, ਅੱਜ ਸਾਡੇ ਵੀ ਪਾਤਸ਼ਾਹੀਆਂ ਨੂੰ ਇਸ ਤਰ੍ਹਾਂ ਡਿਕਲੇਅਰ ਕਰਨ ਲੱਗ ਗਏ। ਜਦ ਕਿ ਪਾਤਸ਼ਾਹੀਆਂ ਨੇ ਤਾਂ ਆਖਿਆ ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਉਹ ਪਰਮੇਸ਼ਰ ਹੀ ਹੈ, ਉਹਦਾ ਇੱਕੋ ਜਿਹਾ ਹੀ ਅਵਤਾਰ ਰਹਿੰਦਾ, ਉਹ ਨਹੀਂ ਬਦਲਦਾ। ਤੇ ਜਿਹੜਾ ਗੁਰਮੁਖ ਹੁਕਮ ਨੂੰ ਜਾਣ ਲੈਂਦਾ ਉਹ ਵੀ ਨਹੀਂ ਬਦਲਦਾ, ਉਹਦਾ ਵੀ ਉਸੇ ਤਰ੍ਹਾਂ ਦਾ ਹੀ ਅਵਤਾਰ ਰਹਿੰਦਾ।
ਸੋ ਪਾਤਸ਼ਾਹ ਕਹਿੰਦੇ ਹਰ ਕੋਈ ਆਪਣੇ ਆਪ ਨੂੰ ਸਿਆਣਾ ਕਹਾਉਣ ਲੱਗਿਆ ਹੋਇਆ, ਇਹਨੂੰ ਸਾਬਤ ਕਰਨਾ ਚਾਹੁੰਦਾ। ਪਰ ਪਾਤਸ਼ਾਹ ਕਹਿੰਦੇ ਮੈਨੂੰ ਕੁਝ ਨਹੀਂ ਪਤਾ, ਮੈਂ ਕੁਝ ਨਹੀਂ ਜਾਣਦਾ। ਦਸਵੇਂ ਪਾਤਸ਼ਾਹ ਵੀ ਕਹਿੰਦੇ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾਂ ਵਾਸਤਾਂ ਕੋ ਫਿਰੈ ਕੌਣ ਪੇਖੰ, ਕਹਿੰਦੇ ਵੀ ਨਹੀਂ ਪਤਾ, ਬਸ ਆਪਣੇ ਆਪ ਨੂੰ ਜਾਣ ਲਿਆ। ਆਪਣੇ ਆਪ ਦੇ ਵਿੱਚ ਜਦੋਂ ਉਹ ਗੁਣ ਦੇਖੇ ਤਾਂ ਇੰਜ ਮਹਿਸੂਸ ਹੋਇਆ ਵੀ ਇਹ ਗੁਣ ਉਹਦੇ ਹੀ ਨੇ, ਸਭ ਗੁਣ ਤੇਰੇ, ਵੀ ਉਹ ਇਹੋ ਜਿਹੀ ਹੀ ਹੈ। ਉਹ ਨਿਰਭਉ ਹੈ ਕਿਉਂਕਿ ਆਪ ਨਿਰਭਉ ਹੋ ਗਏ। ਆਪ ਕਿਸੇ ਦੇ ਨਾਲ ਕੋਈ ਭੈ ਨਹੀਂ ਦੇ ਰਹੇ ਕਿਸੇ ਨੂੰ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾਨ, ਬੈਰ ਕਿਸੇ ਨਾਲ ਨਹੀਂ ਕਰਦੇ। ਬੈਰ ਵਿਰੋਧ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਆਪਣੇ ਅੰਦਰ ਜਦੋਂ ਉਹ 8 ਗੁਣ ਪੂਰੇ ਧਾਰਨ ਕਰ ਲਏ ਤਾਂ ਪਤਾ ਲੱਗ ਗਿਆ ਵੀ ਜਿਹੜੇ ਮੇਰੇ ਅੰਦਰ ਇਹ ਗੁਣ ਆਏ ਨੇ ਇਹ ਅਸਲ ਵਿੱਚ ਉਹਦੇ ਹੀ ਹੈ, ਇਹ ਮੇਰੇ ਮੂਲ ਦੇ ਹੀ ਹੈ। ਇਹ ਜਾਣੇ, ਆਪਣੇ ਆਪ ਨੂੰ ਜਾਣਿਆ। ਜਿਵੇਂ ਪਾਣੀ ਦੀ ਇੱਕ ਬੂੰਦ ਨੂੰ ਜਾਣ ਲਿਆ ਵੀ ਇਹਦਾ ਵੀ ਫਾਰਮੂਲਾ H2O ਹੀ ਹੈ, ਤਾਂ ਇੱਥੋਂ ਪਤਾ ਲੱਗ ਗਿਆ ਵੀ ਜਿਹੜਾ ਸਾਰਾ ਸਮੁੰਦਰ ਦਾ ਪਾਣੀ ਹੈ ਉਹ ਵੀ H2O ਹੀ ਹੈ। ਹੁਣ ਸਾਰੇ ਸਮੁੰਦਰ ਨੂੰ ਜਾਣਿਆ ਨਹੀਂ ਜਾ ਸਕਦਾ, ਪਰ ਪਾਣੀ ਦੀ ਬੂੰਦ ਤੋਂ ਪਤਾ ਲੱਗ ਗਿਆ ਵੀ ਜਿੰਨਾ ਵੀ ਸਮੁੰਦਰ 'ਚ ਪਾਣੀ ਹੈ ਉਹਦਾ ਸਾਰੇ ਦਾ ਇਹੀ ਫਾਰਮੂਲਾ ਹੈ। ਜਦੋਂ ਅਸੀਂ ਆਪਣੀ ਜੋਤ ਨੂੰ ਜਾਣ ਲਿਆ ਤਾਂ ਸਮਝ ਲਓ ਸਾਰੇ ਸੱਚਖੰਡ ਨੂੰ ਹੀ ਜਾਣ ਲਿਆ। ਤੇ ਜੇ ਆਪਣੇ ਆਪੇ ਨੂੰ ਨਹੀਂ ਜਾਣਿਆ ਫਿਰ ਕਿਸੇ ਨੂੰ ਵੀ ਨਹੀਂ ਜਾਣਿਆ। ਫਿਰ ਸੁਣੀ ਸੁਣਾਈਆਂ ਗੱਲਾਂ ਨੇ, ਸੁਣ ਵੱਡਾ ਆਖੈ ਸਭ ਕੋਏ ਹੈ, ਫਿਰ ਕੇਵਡ ਵੱਡਾ ਡੀਠਾ ਹੋਏ। ਇਹ ਨਹੀਂ ਪਤਾ ਵੀ ਕਿੱਡਾ ਕੁ ਵੱਡਾ, ਉਹ ਨਹੀਂ ਦੇਖਿਆ, ਸੁਣਿਆ। ਪਰ ਪਾਤਸ਼ਾਹ ਕਹਿੰਦੇ ਸੁਣਿਆ, ਮੰਨਿਆ, ਮਨ ਕੀਤਾ ਭਾਉ ਹੈ, ਫੇਰ ਅੰਤਰਗਤ ਤੀਰਥ ਮਲਣਾ। ਸੋ ਪਾਤਸ਼ਾਹ ਕਹਿੰਦੇ ਵੀ ਅਸੀਂ ਨਹੀਂ ਕੁਛ ਵੀ ਜਾਣਦੇ, ਅਸੀਂ ਤਾਂ ਦਾਸ ਸੇਵਕ ਹਾਂ। ਦਾਸ ਦਾ ਫਰਜ਼ ਹੁੰਦਾ ਸੇਵਾ ਕਰਨੀ, ਉਹਦੀ ਰਜ਼ਾ 'ਚ ਰਹਿਣਾ, ਉਹਦੇ ਭਾਣੇ 'ਚ ਰਹਿਣਾ। ਇਹ ਸੱਚ ਬੋਲਿਆ ਬਹੁਤ ਔਖਾ ਹੈ। ਹੁਣ ਦਾਸ ਤਾਂ ਇੱਥੇ ਵੀ ਸਾਰੇ ਹੀ ਕਹਾਉਂਦੇ ਆ ਵੀ ਅਸੀਂ ਵੀ ਦਾਸ ਹੀ ਹਾਂ ਜੀ, ਪਰ ਦਾਸ ਕਹਾਉਣਾ ਸੌਖਾ ਹੈ, ਪਰ ਦਾਸ ਬਣਨਾ ਬਹੁਤ ਔਖਾ ਹੈ। ਫਿਰ ਸਾਡੇ ਦਾਸ ਬਣ ਲਈ ਵੀ ਸਾਬਤ ਇਹ ਕਰ ਦਿੰਦੇ ਆ ਵੀ ਜਿਵੇਂ ਸੰਸਾਰੀ ਥੋੜ੍ਹਾ ਬਹੁਤਾ ਝਾੜੂ ਫੇਰ ਲਿਆ, ਜੋੜੇ ਸਾਫ਼ ਕਰਤੇ, ਵੀ ਇਹ ਤਾਂ ਜੀ ਬੜੀ ਨਿਮਰਤਾ 'ਚ ਰਹਿੰਦਾ। ਇਹ ਦਾਸ ਨਹੀਂ ਹੈ। ਦਾਸ ਉਹਨੂੰ ਕਹਿੰਦੇ ਆ ਜਿਹਨੇ ਆਪਣਾ ਆਪਾ ਗਵਾਇਆ ਹੋਵੇ, ਜਿਹੜਾ ਸਾਰੇ ਸੰਸਾਰ ਨੂੰ ਝੂਠ ਮੰਨੇ, ਜਿਹਦੀ ਇਸ ਸੰਸਾਰ ਦੇ ਵਿੱਚ ਇੱਕ ਰਾਈ ਦੇ ਦਾਣੇ ਜਿੰਨੀ ਵੀ ਪਕੜ ਨਹੀਂ ਹੈ, ਜਿਹੜਾ ਕਿਸੇ ਤੋਂ ਭੈ ਨਾ ਖਾਂਦਾ ਹੋਵੇ, ਜਿਹੜਾ ਹੁਕਮ ਦੀ ਗੱਲ ਕਰਦਾ ਹੋਵੇ, ਕਿਸੇ ਦੀ ਸਲਾਹ ਮਸ਼ਵਰਾ ਨਾ ਲੈਂਦਾ ਹੋਵੇ, ਡਾਇਰੈਕਟ ਗੱਲ ਕਰੇ ਵੀ ਆਹ ਹੁਕਮ ਹੈ ਬਸ। ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਹੈਨ ਬਿਰਲੇ, ਨਹੀਂ ਤਾਂ ਦਾਸ ਤਾਂ ਕਰੋੜਾਂ ਤੁਰੇ ਫਿਰਦੇ ਇੱਥੇ। ਕਿਉਂਕਿ ਪਾਤਸ਼ਾਹ ਆਪ ਦਾਸ ਸੀ। ਉਹੋ ਜੀ ਕੁਆਲਿਟੀ ਹੋਣੀ ਚਾਹੀਦੀ, ਉਦੋਂ ਥੱਲੇ ਨਹੀਂ ਹੈ। ਉਹ ਪੈਮਾਨਾ ਸੱਚਾਈ ਦਾ, ਉਹ ਪੈਮਾਨਾ ਸੱਚਖੰਡ ਵਾਲਿਆਂ ਦਾ, ਉਹ ਪੈਮਾਨਾ ਜੀਵਨ ਜਿੱਤ ਕੇ ਜਾਣ ਵਾਲਿਆਂ। ਜੇ ਉਹ ਪੈਮਾਨਾ ਹੀ ਨਹੀਂ ਹੈ ਫੇਰ ਨਹੀਂ ਆ। ਉਸ ਤਰ੍ਹਾਂ ਮੰਨਣ ਨੂੰ ਤਾਂ ਸਾਰੇ ਮੰਨੀ ਜਾਂਦੇ ਆ। तो पातशाह भी कहते हैं सब कहते हैं पाया घाट ना कि नहीं कहाया। इत्थे भी पातशाह ने लिखिया भी आखण नानक आखण सब को आखा, एक दू एक सियाणा। इत्थे तो एक तो एक सियाणा है ही है, पर गुरमुख अपने आप नूं नीवा मनदा है कि तू समर्थ वड्डा मेरी मदद होगी। गुरबाणी कहती हम मूर्ख तुम चतुर सियाणे सर्व कला करे। उन्हें सच्चाई दसी अपनी कि असी जो गल इस संसार च दसदे हाँ वो संसार के लोगों को नहीं समझ लगती, नहीं इन्हां दी पकड़ विच ये गल आ रही। हुण की करिए, संसार के लोग सानू फिर मूर्ख ही कहणगे।
ਪਰ ਸਾਨੂੰ ਮੂਰਖ ਕਹਾਉਣ ਦੇ ਵਿੱਚ ਜਾਂ ਉਹ ਸਾਨੂੰ ਕਹਿੰਦੇ ਸਾਨੂੰ ਕੋਈ ਤਕਲੀਫ ਨਹੀਂ, ਪਰ ਸਾਨੂੰ ਇੱਕ ਪਤਾ ਕਿ ਤੂੰ ਸਿਆਣਾ ਹੈ। ਜਿਹੜਾ ਤੂੰ ਸਾਡੇ ਹਿਰਦੇ ਚੋਂ ਬੋਲਦਾ ਤੂੰ ਸਿਆਣਾ ਬੋਲਦਾ, ਤੂੰ ਸੱਚ ਬੋਲਦਾ, ਤੂੰ ਸਭ ਦੇ ਭਲੇ ਵਾਸਤੇ ਬੋਲਦਾ। ਇਹਨਾਂ ਨੂੰ ਲੱਗਦਾ ਵੀ ਅਸੀਂ ਬੋਲਦੇ, ਬਸ ਇਹ ਫਰਕ ਹੈ। ਸੋ ਹਉਮੈ ਤੇ ਸਿੱਧੀ ਸੱਟ ਵੱਜਦੀ ਹੈ ਜਦੋਂ ਆਪਣੇ ਆਪ ਨੂੰ ਦਾਸ ਕਹਾਇਆ ਜਾਂਦਾ। ਜਿਹੜਾ ਦਰਗਾਹ 'ਚ ਪ੍ਰਵਾਨਿਤ ਦਾਸ ਹੈ, ਪਹਿਲਾਂ ਆਪ ਨੀਵਾਂ ਹੋਵੇ ਤਾਂ ਦੂਜਿਆਂ ਨੂੰ ਕਹੂ ਕਿਵੇਂ ਨੀਵਾਂ। ਪਰ ਕਈ ਅਪਰਾਧੀ ਵੀ ਨੀਵੇਂ ਹੋ ਜਾਂਦੇ ਆ, ਕਿਉਂਕਿ ਇਹ ਵੀ ਗੱਲ ਪਾਤਸ਼ਾਹ ਨੇ ਲਿਖੀ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ। ਕਿਉਂਕਿ ਸੰਸਾਰੀ ਲੋਕ ਬਾਹਰਲੀਆਂ ਗੱਲਾਂ ਤੋਂ ਖੁਸ਼ ਹੋ ਜਾਂਦੇ ਆ, ਵੀ ਕੋਈ ਬੰਦਾ ਹੱਥ ਜੋੜ ਕੇ ਆਓ ਜੀ, ਬੈਠੋ ਜੀ, ਜੀ ਆਇਆਂ ਨੂੰ, ਤੁਹਾਡੇ ਵਰਗਾ ਤਾਂ ਕੋਈ ਗੁਰਮੁਖ ਹੀ ਨਹੀਂ, ਮੈਂ ਤਾਂ ਤੁਹਾਡਾ ਝਾੜੂ ਬਰਦਾਰ ਹਾਂ, ਤੁਹਾਡੇ ਜੋੜੇ ਸਾਫ਼ ਕਰਨ ਵਾਲਾ ਜੀ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਵੀ ਮੈਂ ਖੁਦ ਵੀ ਦੇਖੇ। ਪਰ ਜਦੋਂ ਉਹਨਾਂ ਨਾਲ ਕੋਈ ਗੁਰਬਾਣੀ ਦੀ ਗੱਲ ਕਰੀਏ, ਨਹੀਂ ਨਹੀਂ ਨਹੀਂ, ਗੁਰਬਾਣੀ ਬਾਰੇ ਨਹੀਂ ਆਪਾਂ ਨੂੰ ਪਤਾ, ਇਹ ਤਾਂ ਮਾਲਕ ਹੀ ਜਾਣਦਾ, ਮਹਾਰਾਜ ਜੀ ਜਾਣਦੇ। ਜੇ ਮਹਾਰਾਜ ਜੀ ਜਾਣਦੇ ਫਿਰ ਆਪਾਂ ਕੀ ਕਰਨਾ, ਫਿਰ ਅਸੀਂ ਕੀ ਕਰਨਾ। ਜੇ ਬੱਚਾ ਸਕੂਲ 'ਚ ਪੜ੍ਹਨ ਲੱਗਿਆ ਕਹੇ ਜੀ ਟੀਚਰ ਜੀ ਤੁਸੀਂ ਸਾਰਾ ਕੁਝ ਜਾਣਦੇ ਹੋ ਜੀ, ਅਸੀਂ ਕਿੱਥੇ ਜਾਣਦੇ ਹਾਂ, ਅਸੀਂ ਤਾਂ ਅਣਜਾਣ ਆ ਜੀ। ਪਰ ਟੀਚਰ ਕਹੋ ਫਿਰ ਭਾਈ ਆਇਆ ਕੀ ਕਰਨ ਵਾਸਤੇ ਆ ਇੱਥੇ? ਜੇ ਮੈਂ ਹੀ ਸਾਰਾ ਕੁਝ ਜਾਣਦਾ ਫਿਰ ਤੂੰ ਇੱਥੇ ਦੱਸ ਕੀ ਕਰਨਾ ਹੈ? ਫਿਰ ਸਾਡੇ ਕੋਲ ਕੋਈ ਜਵਾਬ ਨਹੀਂ। ਅਸੀਂ ਗੁਰਬਾਣੀਓ ਹੀ ਜਾਣਨੀ ਹੈ, ਪਹਿਲਾਂ ਗੁਰਬਾਣੀ ਦੀ ਸੋਝੀ ਲੈ ਕੇ ਫਿਰ ਆਪਣੇ ਆਪ ਤੇ ਲਾਗੂ ਕਰਨੀ ਹੈ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰੀਝਾਵੈ। ਪਹਿਲਾਂ ਆਪ ਤਾਂ ਸੋਝੀ ਲਈਏ ਗੁਰਬਾਣੀ ਤੋਂ, ਫਿਰ ਦੂਸਰੇ ਨਾਲ ਬੈਠ ਕੇ ਵਿਚਾਰ ਕਰਾਂਗੇ ਵੀ ਸ਼ਾਇਦ ਕੋਈ ਮਾੜੀ ਮੋਟੀ ਕਮੀ ਹੈ, ਸਾਨੂੰ ਦੱਸੋ, ਅਸੀਂ ਆਪਣੀ ਕਮੀ ਨੂੰ ਦੂਰ ਕਰੀਏ। ਸੋ ਪਾਤਸ਼ਾਹ ਨੇ ਹਰੇਕ ਗੱਲ ਤੋਂ ਹੈ ਮੇਰੇ ਮਨਾ ਤੈਨੂੰ ਜਾਣੂ ਕਰਾਇਆ ਵੀ ਕਿਤੇ ਇਹੋ ਜਿਹੇ ਵੀ ਸੰਸਾਰ 'ਚ ਮਿਲ ਜਾਂਦੇ ਵੀ ਇਹਨਾਂ ਤੋਂ ਵੀ ਪ੍ਰਭਾਵਿਤ ਨਾ ਹੋ ਜੀ। ਅਸੀਂ ਤਾਂ ਮਾੜੀਆਂ ਮਾੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਕਿ ਫਲਾਨਾ ਬੰਦਾ ਜੀ 2 ਘੰਟੇ ਬੈਠਾ ਰਿਹਾ, ਅੱਖਾਂ ਹੀ ਨਹੀਂ ਖੋਲੀਆਂ, ਉਹਨੇ ਚੌਂਕੜੀ ਉਹ ਨਹੀਂ ਖੋਲੀ, ਉਹ ਇੰਨੇ ਪਾਠ ਕਰ ਦਿੰਦਾ, ਉਹ ਤਾਂ 1 ਮਿੰਟ 'ਚ ਚੌਜੀ ਦਾ ਪਾਠ ਕਰ ਦਿੰਦਾ। ਫਲਾਨਾ ਬੰਦਾ 100 ਪਾਠ ਰੋਜ਼ ਕਰਦਾ, ਫਲਾਨੇ ਬੰਦੇ ਨੇ 1 ਚੌਂਕੜੀ ਸਹਿਜ ਪਾਠ ਕਰਤਾ, ਫਲਾਣੇ ਬੰਦੇ ਨੇ 1 ਚੌਂਕੜੀ ਖੰਡ ਪਾਠ ਕਰਤਾ। ਇਹ ਸਰੀਰਕ ਕਿਰਿਆ ਹੈ, ਇੱਕ ਅਭਿਆਸ ਹੈ, ਪਰਮਾਰਥ ਨਹੀਂ ਹੈ ਇਹਦੇ ਵਿੱਚ। ਪਰ ਅਸੀਂ ਪ੍ਰਭਾਵਿਤ ਹੁੰਦੇ ਹਾਂ। ਫਲਾਨਾ ਬੰਦਾ ਜੀ 40 ਦਿਨ ਹੋ ਗਏ ਅੰਦਰੋਂ ਹੀ ਨਹੀਂ ਬਾਹਰ ਨਿਕਲਿਆ, ਬਾਹਰ ਐਡਾ ਵੱਡਾ ਤਾਮ ਝਾਮ ਬਣਾਇਆ ਜਾਂਦਾ ਜਦੋਂ ਉਹਨੇ 40 ਦਿਨਾਂ ਬਾਹਰ ਨਿਕਲਣਾ ਹੁੰਦਾ। ਗੁਰਮਤਿ ਇਹਨਾਂ ਗੱਲਾਂ ਨੂੰ ਹੈ ਮੇਰੇ ਮਨਾਂ ਸਵੀਕਾਰ ਨਹੀਂ ਕਰਦੀ। ਗੁਰਮਤਿ ਤਾਂ ਕਹਿੰਦੀ ਹਸੰਦਿਆਂ, ਖਲੰਦਿਆਂ, ਖਵੰਦਿਆਂ, ਸਾਰਾ ਕੁਛ ਕਰਦੇ, ਵਿੱਚੇ ਹੋਵੇ ਮੁਕਤ। ਇਹਦੇ ਵਿੱਚੋਂ ਹੀ ਮੁਕਤ ਹੋਣਾ ਹੈ। ਤੂੰ ਸੰਸਾਰ 'ਚ ਵਿਚਰਨਾ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਿਛ ਸੁਣਨਾ ਵੀ ਹੈ, ਬ੍ਰਹਮ ਬਾਰੇ ਸੁਣਨਾ, ਬ੍ਰਹਮ ਬਾਰੇ ਕਹਿਣਾ, ਦੂਜੀਆਂ ਗੱਲਾਂ ਨਹੀਂ ਸੁਣਨੀਆਂ। ਦੂਜੀਆਂ ਗੱਲਾਂ ਬਾਰੇ ਵੀ ਗੁਰਬਾਣੀ ਨੇ ਕਿਹਾ ਕਿ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਰ ਧਰੀ ਕਰਨਾ। ਜਿੱਥੇ ਕੋਈ ਮਾਇਆ ਦੀ ਗੱਲ ਕਰਦਾ ਉੱਥੇ ਪਾਸਾ ਵੱਟੋ। ਜਿੱਥੇ ਤੁਹਾਨੂੰ ਕੋਈ ਪਰਮਾਰਥ ਤੋਂ ਸਵਾਰਥ ਨਾਲ ਜੋੜਦਾ ਉੱਥੇ ਪਾਸਾ ਵੱਟੋ। ਜੇ ਕੋਈ ਗੁਰਬਾਣੀ ਦੇ ਸ਼ਬਦਾਂ ਦੁਆਰਾ ਮਾਇਆ ਦੀ ਗੱਲ ਕਰਦਾ ਤਾਂ ਉਹਦਾ ਪਾਸਾ ਵੱਟਣਾ ਜ਼ਰੂਰੀ ਹੈ। ਉਹਨਾਂ ਨੂੰ ਹੀ ਸਾਕਤ ਆਖਿਆ ਪਾਤਸ਼ਾਹ ਨੇ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਇਹਨਾਂ ਤੋਂ ਪਰੇ ਰਹੋ। ਗੁਰਬਾਣੀ ਸਾਨੂੰ ਸੱਚ ਨਾਲ ਜੋੜਦੀ ਹੈ, ਸੱਚ ਸਾਡਾ ਆਪਣਾ ਮੂਲ ਹੈ। ਅਸੀਂ ਆਪਣੇ ਮੂਲ ਨਾਲ ਟੁੱਟ ਕੇ ਜਦੋਂ ਝੂਠ ਨਾਲ ਜੁੜਦੇ ਹਾਂ, ਵਿੱਚ ਲੈਂਦੇ ਹਾਂ ਗੁਰਬਾਣੀ ਨੂੰ, ਤਾਂ ਉਦੋਂ ਅਸੀਂ ਬੜੀ ਬੁਰੀ ਹਾਲਤ 'ਚ ਫਸ ਜਾਂਦੇ। ਕਿਉਂਕਿ ਗੁਰਬਾਣੀ 'ਤੇ ਸਾਡਾ ਭਰੋਸਾ ਹੁੰਦਾ, ਸਾਡਾ ਯਕੀਨ ਹੁੰਦਾ, ਅਸੀਂ ਡਰਦੇ ਰਹਿੰਦੇ ਹਾਂ। ਕਿਉਂਕਿ ਗੁਰਬਾਣੀ 'ਚੋਂ ਸ਼ਬਦ ਹੈਗੇ ਜਿਹੜੇ ਸਾਡੇ ਪੰਜਾਬੀ ਬੋਲੀ 'ਚ ਬੋਲੇ ਜਾਂਦੇ, ਅਸੀਂ ਕਹਿੰਦੇ ਵੀ ਦੇਖੋ ਇੱਥੇ ਵੀ ਤਾਂ ਗੁਰੂ ਸਾਹਿਬ ਨੇ ਇਹ ਲਿਖੀ ਹੈ ਵੀ ਇਹ ਚੀਜ਼ ਨਾਲ ਕਰਨ ਦੇ ਨਾਲ ਆਹ ਮਿਲ ਜਾਂਦਾ।
ਫਿਰ ਅਸੀਂ ਲੱਗੇ ਰਹਿੰਦੇ ਹਾਂ। ਫਿਰ ਸਾਡੇ ਕੋਲ ਬੜੀਆਂ ਉਦਾਹਰਨਾਂ ਦੇ ਦਿੰਦੇ ਆ ਉਹ ਜਿਹੜੇ ਸੰਸਾਰੀ ਧਾਰਮਿਕ ਲੋਕ ਹੈ ਵੀ ਫਲਾਣੇ ਤੇ ਵੀ ਬੜੀ ਕਿਰਪਾ ਹੋਈ, ਤਿਮਕੇ ਤੇ ਵੀ ਹੋਈ। ਪਰ ਜਦੋਂ ਉਹਨਾਂ ਨੂੰ ਖੁਦ ਪੁੱਛਿਆ ਜਾਂਦਾ ਵੀ ਤੁਹਾਡੇ ਤੇ, ਨਹੀਂ ਜੀ ਸਾਡੇ ਤੇ ਤਾਂ ਨਹੀਂ ਹੋਈ, ਅਸੀਂ ਤਾਂ ਬੜਾ ਮਨ ਲਾਇਆ ਸੀਗਾ, ਪਤਾ ਨਹੀਂ ਸਾਡੀ ਸ਼ਰਧਾ ਹੀ ਨਹੀਂ ਸੀ। ਪਤਾ ਨਹੀਂ ਸਾਡੇ ਕਰਮ ਹੀ ਮਾੜੇ ਨੇ। ਉਹ ਹਰ ਵੇਲੇ ਫਿਰ ਆਪਣੇ ਆਪ ਨੂੰ ਕੋਸੀ ਜਾਣਗੇ। ਫਿਰ ਤੁਸੀਂ ਦੂਸਰੇ ਨੂੰ ਨਹੀਂ ਕਹਿ ਸਕਦੇ। ਸੋ ਪਾਤਸ਼ਾਹ ਕਹਿੰਦੇ ਜਿਹੜੇ ਇਹ ਆਪਣੇ ਆਪ ਨੂੰ ਇੱਕ ਤੋਂ ਇੱਕ ਸਿਆਣੇ ਕਹਾਉਂਦੇ ਆ, ਇਹਨਾਂ ਤੋਂ ਪਰੇ ਰਹੋ। ਉਹ ਸਿਆਣੇ ਨਹੀਂ ਹੈ, ਉਹ ਤੁਹਾਨੂੰ ਉਲਝਾਉਂਦੇ ਆ। ਤੁਸੀਂ ਸਿਆਣੇ ਬਣੋ, ਤੁਸੀਂ ਅਸਲ ਸਿਆਣਪ ਲਵੋ। ਉਹ ਜਿਹੜੇ ਜਿਨ੍ਹਾਂ ਨੂੰ ਸੰਸਾਰੀ ਲੋਕ ਸਿਆਣੇ ਮੰਨਦੇ ਆ, ਬਹੁਤ ਸਿਆਣਪ ਜਮਕਾ ਭਉ ਵਿਆਪੈ ਵਾਲੇ ਨੇ ਉਹ। ਪਾਤਸ਼ਾਹ ਕਹਿੰਦੇ ਆਪਣੇ ਅੰਦਰ ਝਾਤੀ ਮਾਰੋ, ਸੱਚ ਨੂੰ ਜਾਣਨਾ ਹੀ ਸਿਆਣਪ ਹੈ, ਸੱਚ ਤੇ ਪਹਿਰਾ ਦੇਣਾ ਹੀ ਸਿਆਣਪ ਹੈ, ਕਿਸ ਦਾ ਬੁਰਾ ਨਹੀਂ ਕਰਨਾ ਸਿਆਣਪ ਹੈ, ਸਭ ਦਾ ਭਲਾ ਡੋਚਣਾ ਸਿਆਣਪ ਹੈ। ਇਹ ਸਿਆਣਪ ਖੁਦ ਧਾਰਨ ਕਰੋ। ਪਾਤਸ਼ਾਹ ਕਹਿੰਦੇ ਦਾਸ ਬਣੋ, ਉਹਦੇ ਦਾਸ ਬਣ ਕੇ ਉਹਦੀ ਸੇਵਾ ਕਰੋ, ਉਹਦੀ ਰਜ਼ਾ ਵਿੱਚ ਰਹੋ, ਨੀਵੇਂ ਰਹੋ। ਉਹਨਾਂ ਦੀ ਪਛਾਣ ਵੀ ਪਾਤਸ਼ਾਹ ਨੇ ਦੱਸੀ ਹੈ ਕਿ ਜਿਹੜੇ ਸੰਸਾਰੀ ਤੌਰ ਤੇ ਬੜੇ ਨੀਵੇਂ ਬਣ ਜਾਂਦੇ ਆ, ਪਰ ਅੰਦਰੋਂ ਹਉਮੈ ਨਾ ਭਰੇ ਹੁੰਦੇ ਆ। ਉਹਨਾਂ ਦੀ ਪਛਾਣ ਇੱਥੋਂ ਵੀ ਆ ਜਾਂਦੀ ਹੈ, ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਕਿ ਉਹ ਆਪ ਆਪਣੇ ਲੋਕਾਂ ਦੇ ਨਾਲੋਂ ਵੱਖਰਾ ਮਹਿਸੂਸ ਕਰਦੇ ਆ। ਉਹ ਆਮ ਲੋਕਾਂ ਵਾਂਗੂ ਨਹੀਂ ਵਿਚਰਦੇ ਸੰਸਾਰ 'ਚ, ਉਹਨਾਂ ਨਾਲੋਂ ਵੱਖਰੇ ਹੁੰਦੇ ਆ। ਫਿਰ ਜੇ ਤੇ ਤੁਸੀਂ ਦਾਸ ਹੀ ਹੋ, ਸੇਵਕ ਹੀ ਹੋ, ਫਿਰ ਤੁਸੀਂ ਆਪਣੇ ਆਮ ਲੋਕਾਂ 'ਚ ਵੀ ਉਸੇ ਤਰ੍ਹਾਂ ਹੀ ਵਿਚਰੋ। ਆਮ ਲੋਕਾਂ ਨੂੰ ਵੀ ਸਮਝਾਓ ਉਹ ਗੱਲਾਂ। ਫੇਰ ਨਹੀਂ ਕਰਦੇ। ਕਥਾ ਕਹਾਣੀਆਂ ਜ਼ਰੂਰ ਸੁਣਾਉਣਗੇ। ਗੁਰੂ ਨਾਨਕ ਸਾਹਿਬ ਦੀਆਂ ਸੁਣਾ ਦਿੰਦੇ ਆ ਵੀ ਉਹ ਭਾਈ ਲਾਲੋ ਜੀ ਦੇ ਘਰੇ ਗਏ, ਸੁੱਕਾ ਟੁੱਕਰ ਖਾਧਾ। ਪਰ ਅੱਜ ਤੱਕ ਜਿਹੜੇ ਸੰਸਾਰੀ ਧਾਰਮਿਕ ਆਗੂ ਨੇ, ਜਿਹੜੇ ਦਾਸ ਕਹਾਉਂਦੇ ਆ, ਮੈਂ ਤਾਂ ਦੇਖੇ ਨਹੀਂ ਕਿਸੇ ਗਰੀਬ ਦੇ ਘਰੇ ਜਾ ਕੇ ਸੁੱਕਾ ਟੁੱਕਰ ਖਾਂਦੇ। ਸੋ ਕਹਾਉਣਾ ਹੀ ਨਹੀਂ ਚਾਹੀਦਾ। ਹੇ ਮੇਰੇ ਮਨਾ ਤੂੰ ਬਚ ਕੇ ਰਹਿ, ਤੂੰ ਇਸ ਤਰ੍ਹਾਂ ਦੇ ਚੱਕਰ ਚ ਨਾ ਪੈ ਜੀ। ਸੱਚੇ ਦੇ ਦਰਬਾਰ ਦੇ ਵਿੱਚ ਬੜੀ ਵੱਡੀ ਸਜ਼ਾ ਹੈ। ਇੱਥੇ ਤਾਂ ਚੱਲ ਜਾਂਦਾ ਸੰਸਾਰ 'ਚ, ਕੋਈ ਵੱਡੀ ਗੱਲ ਨਹੀਂ। ਕਈ ਇਹ ਵੀ ਕਹਿ ਦਿੰਦੇ ਵੀ ਅੱਗੇ ਕਿਹੜਾ ਕਿਸੇ ਨੇ ਦੇਖਿਆ, ਇੱਥੇ ਹੀ ਹੈ ਜੀ ਸਾਰਾ ਕੁਝ। ਅਸਲ ਵਿੱਚ ਇੱਥੇ ਕੁਝ ਵੀ ਨਹੀਂ ਹੈ ਹੀ ਅੱਗੇ। ਜਿਹਨੂੰ ਅੱਗਾ ਦੀਂਦਾ ਉਹਨੂੰ ਆ ਨਹੀਂ ਦੀਂਦਾ, ਜਿਹਨੂੰ ਆ ਦੀਂਦਾ ਉਹਨੂੰ ਅੱਗਾ ਵੀ ਨਹੀਂ ਦੀਂਦਾ ਹੈ। ਗੁਰਬਾਣੀ ਤੋਂ ਉੱਪਰ ਕੋਈ ਨਹੀਂ ਹੈ। ਜਦੋਂ ਗੁਰਬਾਣੀ 'ਚ ਇਹ ਗੱਲ ਲਿਖ ਦਿੱਤੀ ਕਿ ਅੱਗ ਹੈ ਜਮਦਲ ਬਿਖਮ ਕਣਾ, ਫਿਰ ਅੱਗੇ ਕਿਹੜਾ? ਜੇ ਅਸੀਂ ਕਹੀਏ ਵੀ ਸਰੀਰ ਦਾ ਅੱਗ ਹੈ, ਸਰੀਰ ਦਾ ਤਾਂ ਸਾਨੂੰ ਪਤਾ ਹੀ ਨਹੀਂ, 1 ਸਕਿੰਟ 'ਚ ਸਰੀਰ ਛੁੱਟ ਸਕਦਾ ਸਾਡਾ। ਸਰੀਰ ਦਾ ਅੱਗਾ ਕਿਸੇ ਨੂੰ ਨਹੀਂ ਪਤਾ, ਚਾਹੇ ਕੋਈ ਕਿੱਡਾ ਮਰਜ਼ੀ ਦਾਅਵਾ ਕਰਦਾ ਹੋਵੇ। ਸਰੀਰ ਦਾ ਬੰਦਾ ਤੁਰਿਆ ਜਾਂਦਾ, ਇੱਕ ਡਿੰਗ ਪੱਟੀ ਨਾ ਪੱਟੀ, ਕੀ ਪਤਾ ਪਰਮੇਸ਼ਰ ਦਾ ਕਦੋਂ ਸਾਹ ਰੋਕ ਦੇਵੇ। ਨਾਲੇ ਅੱਜ ਕੱਲ੍ਹ ਤਾਂ ਸਿੱਧ ਕਰਕੇ ਦਿਖਾਤਾ ਸਾਰਾ ਕੁਝ। ਆਕਸੀਜਨ ਲੱਗੀ ਹੋਈ ਹੈ ਬੰਦੇ ਦੇ, ਸਾਹ ਚੱਲਦੇ ਆ, ਤੇ ਚਲਦੇ ਚਲਦਿਆਂ ਦੇ ਵਿੱਚੋਂ ਆਕਸੀਜਨ ਚੱਲ ਰਹੀ ਹੈ, ਸਵਾਸ ਰੁਕ ਗਿਆ। ਇਹ ਤਾਂ ਕਹਿੰਦੇ ਜੀ ਹਵਾ ਨਾਲ ਸਵਾਸ ਚੱਲਦੇ ਆ, ਤੇ ਜੇ ਹਵਾ ਨਾਲ ਸਵਾਸ ਚੱਲਦੇ ਫਿਰ ਆਕਸੀਜਨ ਨਾਲੋਂ ਬਚਿਆ ਰਹਿੰਦਾ, ਬਚਿਆ ਤਾਂ ਹੈ ਹੀ ਨਹੀਂ। ਸਵਾਸਾਂ ਨਾਲ ਸਿਰਫ ਸੰਬੰਧ ਸਰੀਰ ਦਾ ਹੈ, ਆਤਮਾ ਦਾ ਨਹੀਂ ਹੈ। ਆਤਮਾ ਸਵਾਸਾਂ ਨਾਲ ਨਹੀਂ ਜਿਉਂਦੀ ਹੈਗੀ। ਸਵਾਸ ਤਾਂ ਮਾਇਆ ਦੇ ਆ, ਹਵਾ ਦੇ। ਆਤਮਾ ਦੀ ਖੁਰਾਕ ਮਾਇਆ ਨਹੀਂ ਹੈ। ਆਤਮਾ ਦੀ ਖੁਰਾਕ ਹੈ ਸੱਚ ਖਾਣਾ। ਉਹ ਸੱਚ ਦੇ ਸਿਰ ਤੇ ਜਿਉਂਦੀ ਰਹਿੰਦੀ। ਤੇ ਜੇ ਸੱਚ ਨਹੀਂ ਮਿਲਦਾ, ਕਮਜ਼ੋਰ ਹੁੰਦੀ ਚਲੀ ਜਾਂਦੀ ਹੈ। ਇਸੇ ਕਰਕੇ ਗੁਰਮੁਖਾਂ ਨੂੰ ਸਾਰਾ ਪਤਾ ਹੀ ਹੁੰਦਾ, ਤਾਂ ਹੀ ਉਹ ਸੰਸਾਰ 'ਚ ਕਿਸੇ ਚੀਜ਼ ਨਾਲ ਜੁੜਦੇ ਨਹੀਂ, ਤਾਂ ਹੀ ਉਹਨਾਂ ਦੀ ਸੰਸਾਰ ਦੇ ਲੋਕਾਂ ਨਾਲ ਬਣਦੀ ਵੀ ਨਹੀਂ ਹੈਗੀ, ਕਿਉਂਕਿ ਉਹ ਸੰਸਾਰ ਦੇ ਲੋਕਾਂ ਤੋਂ ਸਾਰੀ ਖੇਡ ਹੀ ਉਲਟ ਚਲਾਉਂਦੇ। ਸੋ ਸੰਸਾਰ ਵਿੱਚ ਪਤਾ ਲੱਗ ਜਾਂਦਾ ਹੈ। ਜੇ ਭਾਈ ਲਾਲੋ ਜੀ ਦੀ ਕਥਾ ਕਹਾਣੀਆਂ ਸੁਣਾਈਆਂ ਵੀ ਨੇ ਤਾਂ ਉਸ 'ਤੇ ਅਮਲ ਵੀ ਕਰਨਾ ਚਾਹੀਦਾ, ਉਹ ਜਿਹੇ ਬਣਨੇ ਵੀ ਚਾਹੀਦੇ ਆ, ਫਿਰ ਜਾ ਕੇ ਕਿਤੇ ਗੱਲ ਬਣਦੀ ਹੈ। ਪਾਤਸ਼ਾਹ ਨੇ ਸੱਚ ਬੋਲੇ,
कि बड़ा साहिब वड्डी नाई कीता जा कै होवे। सब तो वड्डा है जिहड़ा साहिब, जिहड़ा साडा मूल है, और वड्डी नाई ਉਹਦੀ ਜਿਹੜੀ ਸੋਭਾ ਹੈ ਉਹ ਵੀ ਬਹੁਤ ਵੱਡੀ ਹੈ, ਕਿਉਂਕਿ ਉਹਦੇ ਕੋਲ ਹੁਕਮ ਹੈ। ਕੀਤਾ ਜਾ ਕਾ ਹੋਵੇ, ਉਹ ਜੋ ਕੁਛ ਕਰਦਾ ਹੈ ਉਹੀ ਹੁੰਦਾ, ਜੋ ਸਾਡੀ ਅੰਤਰ ਆਤਮਾ ਚਾਹੁੰਦੀ ਹੈ ਉਹ ਹੁੰਦਾ। ਹੁਕਮ ਉਹਨੂੰ ਉਸੇ ਤਰੀਕੇ ਨਾਲ ਲੈ ਕੇ ਜਾਂਦੇ ਆ, ਜੈਸਾ ਸੇਵੇ ਤੈਸਾ ਹੋਏ, ਉਸੇ ਤਰ੍ਹਾਂ ਦੇ ਭਾਣਾ ਵਰਤਦਾ। ਜਦੋਂ ਅਸੀਂ ਇੱਛਾ ਭਾਣੇ ਤੋਂ ਉਲਟ ਰੱਖਦੇ ਹਾਂ, ਭਾਣੇ ਨੂੰ ਤਾਂ ਵਰਤਣਾ ਹੀ ਵਰਤਣਾ, ਤੇ ਸਾਡੀ ਇੱਛਾ ਕੀਤੀ ਕੋਈ ਕੰਮ ਨਹੀਂ ਆਉਂਦੀ ਹੈਗੀ, ਭਾਣਾ ਵਰਤ ਜਾਂਦਾ, ਪਛਤਾਈ ਚੱਲੀਏ ਜਿੰਨਾ ਮਰਜ਼ੀ, ਕੋਈ ਚੀਜ਼ ਹੱਥ ਨਹੀਂ ਆਉਂਦੀ। ਜਿਸ ਦਾ ਹੁਕਮ ਵਰਤ ਰਿਹਾ ਹੈ ਵੱਡਾ ਸਾਹਿਬ, ਉਹ ਹੈ ਪਾਤਸ਼ਾਹ ਕਹਿੰਦੇ, ਉਹ ਵੱਡਾ ਸਾਹਿਬ ਹੈ। ਜਿਹੜਾ ਸਾਡਾ ਮੂਲ ਹੈ ਉਹ ਸਾਹਿਬ ਹੈ। ਸਾਡੇ ਮੂਲ ਦੀ ਵੱਡੇ ਸਾਹਿਬ ਨਾਲ ਸਾਂਝ ਹੁੰਦੀ ਹੈ, ਭਾਵ ਕਿ ਜਦੋਂ ਸਾਂਝ ਪੈ ਜਾਂਦੀ ਤਾਂ ਸਾਡਾ ਮੂਲ ਵੀ ਵੱਡਾ ਸਾਹਿਬ ਹੀ ਬਣ ਜਾਂਦਾ। ਜਦੋਂ ਪਾਣੀ ਦੀ ਬੂੰਦ ਚੱਕ ਕੇ ਸਮੁੰਦਰ 'ਚ ਸਿੱਟਦੀ, ਉਹ ਵੀ ਸਮੁੰਦਰ ਹੀ ਹੈ, ਪਹਿਲਾਂ ਪਾਣੀ ਦੀ ਬੂੰਦ ਹੀ ਹੈ। ਕੱਲਾ ਸਾਡਾ ਮੂਲ ਸਾਹਿਬ ਹੈ। ਜਦੋਂ ਹੁਕਮ ਦੇ ਵਿੱਚ ਚੱਲਣ ਲੱਗ ਪਿਆ, ਹੁਕਮ ਅਨੁਸਾਰੀ ਹੋ ਗਿਆ, ਤਾਂ ਇਹ ਵੱਡਾ ਸਾਹਿਬ ਹੈ। ਕੱਲਾ ਪਾਣੀ ਖੜਾ ਹੈ, ਛੱਪੜ 'ਚ ਪਾਣੀ ਖੜਾ, ਜੇ ਉਹੀ ਪਾਣੀ ਚੱਕ ਕੇ ਛੱਪੜ ਦਾ ਦਰਿਆ 'ਚ ਸਿੱਟਦੇ, ਦਰਿਆ ਬਹਿਣ ਲੱਗ ਜਾਂਦਾ। ਪਾਣੀ ਦਰਿਆ ਵਾਲਾ ਵੀ ਆ, ਪਾਣੀ ਛੱਪੜ ਵਾਲਾ ਵੀ। ਹਵਾ ਛੱਪੜ ਦੇ ਪਾਣੀ ਨੂੰ ਵੀ ਲੱਗਦੀ ਹੈ, ਉਹ ਉੱਥੇ ਕਿ ਗੇੜੇ ਦੇਈ ਜਾਂਦਾ, ਅਗਾਂਹ ਨਹੀਂ ਵੱਧਦਾ। ਪਰ ਹਵਾ ਸਮੁੰਦਰ ਦਰਿਆ ਦੇ ਪਾਣੀ ਲੱਭਦੇ, ਦਰਿਆ ਦਾ ਪਾਣੀ ਤੇ ਜਾਂਦਾ ਭੱਜਿਆ। ਇਸੇ ਤਰ੍ਹਾਂ ਗੁਰਮੁਖ ਨੇ ਹੁਕਮ ਸਾਨੂੰ ਵੀ ਸੁਣਦਾ, ਪਰ ਸਾਡਾ ਹੁਕਮ ਉੱਥੇ ਕਿ ਧੱਕੇ ਗੇੜੇ ਦੇਈ ਜਾਂਦੇ ਅਸੀਂ। ਪਰ ਗੁਰਮੁਖਾਂ ਨੂੰ ਹੁਕਮ ਸੁਣਦਾ, ਉਹ ਹੁਕਮ 'ਚ ਬਹਿੰਦੇ ਚਲੇ ਜਾਂਦੇ, ਭਵ ਸਾਗਰ ਪਾਰ ਕਰ ਜਾਂਦੇ, ਅਸੀਂ ਭਵ ਸਾਗਰ ਦੇ ਵਿੱਚੇ ਗੇੜੇ ਦੇਈ ਜਾਂਦੇ। ਸੋ ਵੱਡਾ ਸਾਹਿਬ ਹੈ, ਹੋਰ ਕੋਈ ਵਿਅਕਤੀ ਵੱਡਾ ਨਹੀਂ ਹੈ, ਪਰਮੇਸ਼ਰ ਹੈ ਸਭ ਤੋਂ ਵੱਡਾ। ਹੁਕਮ ਹੈ, ਜੋ ਕੁਝ ਵੀ ਆਪਣੇ ਕੋਲੋਂ, ਪਾਤਸ਼ਾਹ ਕਹਿੰਦੇ ਜੋ ਕੁਝ ਵੀ ਅਸੀਂ ਕਹਿੰਦੇ ਹਾਂ ਆਪਣੇ ਕੋਲੋਂ ਨਹੀਂ ਕਹਿੰਦੇ। ਨਾਨਕ ਜੇ ਕੋ ਆਪੋ ਜਾਣਾ, ਜੇ ਕੋਈ ਆਪਣੇ ਆਪ ਦੀ ਗੱਲ ਕਰਦਾ ਤੇ ਫਿਰ ਉਹਨੂੰ ਪਛਤਾਉਣਾ ਵੀ ਪੈਂਦਾ। ਅੱਗੇ ਗਿਆ ਨਾ ਸੋਹਾ, ਫਿਰ ਉਹ ਉੱਥੇ ਨਹੀਂ ਸੋਭਾ ਪਾਉਂਦਾ। ਜੇ ਕੋਈ ਆਪਣੇ ਕੋਲੋਂ ਹੀ ਬਣਾ ਕੇ ਕਥਾ ਕਹਾਣੀਆਂ ਦੱਸੀ ਜਾਂਦਾ, ਉਹਨੂੰ ਸੱਚੇ ਦੇ ਦਰਬਾਰ ਵਿੱਚ ਨਹੀਂ ਪੇਸ਼ ਹੋਣ ਦਿੱਤਾ ਜਾਂਦਾ। ਇੱਥੇ ਜੋ ਕਹਿੰਦੇ ਹਨ ਕਿ ਮੈਂ ਜਾਣਦਾ, ਲੋਕ ਮੰਨ ਵੀ ਲੈਂਦੇ ਆ, ਪਿੱਛੇ ਵੀ ਲੱਗ ਜਾਂਦੇ ਹਨ, ਪਰ ਦਰਗਾਹ ਵਿੱਚ ਉਹਨਾਂ ਦੀ ਕੋਈ ਕਦਰ ਨਹੀਂ ਹੁੰਦੀ। ਪਾਤਸ਼ਾਹ ਕਹਿੰਦੇ ਉਲਟਾ ਮੂਰਖ, ਅੰਧ, ਘੋਰ, ਹਰਾਮਖੋਰ ਦੀ ਉਪਾਧੀ ਮਿਲ ਜਾਂਦੀ ਹੈ। ਕਈ ਵਾਰੀ ਪਰਮੇਸ਼ਰ ਇਹਨਾਂ ਧਾਰਮਿਕ ਆਗੂਆਂ ਨੂੰ ਸਮੱਤ ਦੇਣ ਲਈ ਤਾਂ ਕਈ ਤਰ੍ਹਾਂ ਦੇ ਭਾਣੇ ਵਰਤਾਉਂਦਾ ਰਹਿੰਦਾ ਕਿ ਤੁਸੀਂ ਦਾਅਵੇ ਨਾ ਕਰੋ, ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈ, ਬਸ ਸੱਚ ਦੱਸੋ। ਡਰਦੇ ਕਿਉਂ? ਰੋਟੀ ਪਾਣੀ ਤਾਂ ਮਿਲਦਾ ਹੀ ਰਹਿਣਾ, ਜੇ ਸੱਚ ਦੱਸੋਗੇ ਤਾਂ ਵੀ ਮਿਲੀ ਜਾਊ, ਜੇ ਨਹੀਂ ਦੱਸੋਗੇ ਤਾਂ ਵੀ ਮਿਲੀ ਜਾਊ। ਪਰ ਝੂਠ ਦੱਸ ਕੇ ਖਾਧੀ ਰੋਟੀ ਵੀ ਛੇਤੀ ਹਾਜ਼ਮ ਨਹੀਂ ਹੁੰਦੀ, ਉਹ 'ਚ ਭੈ ਰਹੂਗਾ। ਸੱਚ ਬੋਲੇ ਤੇ ਖਾਧੀ ਰੋਟੀ ਭਾਵੇਂ ਰੁੱਖੀ ਹੀ ਕਿਉਂ ਨਾ ਹੋਵੇ, ਭੈ ਨਹੀਂ ਲੱਗਦੀ। ਨਿਰਭੈ ਹੋ ਕੇ ਜ਼ਿੰਦਗੀ ਬਸਰ ਕਰੋ, ਪਾਤਸ਼ਾਹ ਕਹਿੰਦੇ। ਪਰ ਕਿੱਥੇ, ਜਿਨ੍ਹਾਂ ਇੰਨੇ ਸਮੇਂ ਤੋਂ ਝੂਠ ਸਿਰ ਤੇ ਗੁਜ਼ਾਰਿਆ ਹੁੰਦਾ, ਉਹ ਸੱਚ ਵੱਲ ਨੂੰ ਕਿੱਥੇ ਮੁੜ ਸਕਦਾ? ਹਾਂ, ਪਰ ਕੋਈ ਜਿਹੜਾ ਇਮਾਨਦਾਰ ਹੁੰਦਾ, ਭੁਲੇਖੇ ਨਾਲ ਕਿਤੇ ਗਲਤ ਪੈ ਜਾਂਦਾ, ਉਹ ਪਿੱਛੇ ਮੁੜ ਵੀ ਆਉਂਦਾ। ਸਾਡੇ ਕੋਲ ਪ੍ਰੂਫ ਹੈ, ਬਸ ਸਬੂਤ ਹੈ। ਜਿਵੇਂ ਦੂਜੇ ਪਾਤਸ਼ਾਹ ਸੀ, ਭੁਲੇਖਾ ਲੱਗ ਗਿਆ, ਜਦੋਂ ਅਸਲੀਅਤ ਪਤਾ ਲੱਗਿਆ ਮੁੜਿਆ ਪਿੱਛੇ। ਤੀਜੇ ਪਾਤਸ਼ਾਹ ਸੀ, ਮੁੜਿਆ ਪਿੱਛੇ। ਕਬੀਰ ਸਾਹਿਬ ਜੀ ਸਨ, 80 ਸਾਲ ਤੱਕ ਭੁਲੇਖੇ 'ਚ ਰਹੇ, ਜਦੋਂ ਪਤਾ ਲੱਗਿਆ ਵੀ ਅਸਲੀਅਤ ਇਹ ਆ, ਮੁੜਿਆ ਪਿੱਛੇ, ਤੇ ਫਿਰ ਸੱਚ ਵਿੱਚ ਸਮਾ ਵੀ ਗਏ। ਸੋ ਜਿਹੜੇ ਲੋਕਾਂ ਨੂੰ ਖੁਸ਼ ਕਰਨ ਲਈ ਝੂਠੇ ਦਾਅਵੇ ਕਰਦੇ ਹਨ, ਫਿਰ ਉਹ ਸੱਚੇ ਦੇ ਦਰਬਾਰ ਵਿੱਚ ਸੌਂਦਾ ਨਹੀਂ, ਸਗੋਂ ਦੋਸ਼ੀ ਬਣ ਕੇ ਪੇਸ਼ ਹੁੰਦਾ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਉੱਥੇ ਸੱਚੋ ਹੀ ਸੱਚ ਨਿਬੜੈ,
ਚੁਣ ਵੱਖ ਕੱਢੈ ਜਦ। ਸੋ ਪਾਤਸ਼ਾਹ ਕਹਿੰਦੇ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣ, ਕਿ ਜਿਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨੇ ਕੁਦਰਤ ਰਚੀ ਹੈ, ਇੰਨੀ ਤਰੀਕ ਨੂੰ ਰਚੀ ਹੈ, ਮਹੀਨੇ ਨੂੰ ਰਚੀ ਹੈ, ਦਿਨ ਨੂੰ ਰਚੀ ਹੈ, ਥਿੱਤ ਨੂੰ ਰਚੀ। ਪਾਤਸ਼ਾਹ ਕਹਿੰਦੇ ਕਿਵ ਕਰ ਆਖਾਂ, ਕਿਵੇਂ ਉਹਦੇ ਬਾਰੇ ਆਖਿਆ, ਕਿਵ ਸਲਾਹੀ ਕਿਵੇਂ ਤੁਸੀਂ ਉਹਦੀ ਸਲਾਹ ਨੂੰ ਜਾਣਦੇ, ਕਿਉਂ ਵਰਨੀ ਕਿਵ ਜਾਣਾ, ਕਿਵੇਂ ਉਹਦੇ ਵਰਨਾਂ ਬਾਰੇ ਜਾਣ ਲਿਓ। ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸੇ। ਪਤਾ ਨਹੀਂ ਕਹਿੰਦੇ ਤੁਸੀਂ ਕਿਵੇਂ ਆਖਦੇ ਹੋ, ਕਿਵੇਂ ਉਹਦੀ ਵਡਿਆਈ ਕਰਦੇ ਹੋ, ਵਰਨ ਵੰਡ ਬਣਾਈ ਬੈਠੇ ਹੋ, ਇਹ ਨਹੀਂ ਸਮਝ ਲੱਗੀ। ਪਾਤਸ਼ਾਹ ਕਹਿੰਦੇ ਨਾਨਕ ਆਖਣ ਸਭ ਕੋ ਆਖਾ, ਕਹਿੰਦੇ ਫਿਰ ਤੁਸੀਂ ਸਾਰੇ ਇੱਕ ਦੋ ਨੂੰ ਵੱਧ ਕੇ ਸਿਆਣੇ ਕਹਾਉਂਦੇ, ਤੇ ਗੁਰਮੁਖ ਤਾਂ ਕਦੇ ਆਪਣੇ ਆਪ ਨੂੰ ਸਿਆਣਾ ਕਹਾਉਂਦਾ ਹੀ ਨਹੀਂ। ਉਹ ਤਾਂ ਕਹਿੰਦਾ ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ ਨਾ, ਵੀ ਮੈਂ ਤਾਂ ਬਹੁਤ ਨੀਵੀਂ ਮਤ ਵਾਲਾ, ਤੂੰ ਹੀ ਸਿਆਣਾ ਹੈ, ਅਸੀਂ ਤਾਂ ਇੱਕ ਤੇਰੇ ਸੇਵਕ ਆ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ। ਨਾਨਕ ਜੀ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਹੀ ਜਾਣੇ, ਹੁਣ ਆਪੋ ਜਾਣਾ ਕਿ ਆਪਣੇ ਕੋਲੋਂ ਬਣਾ ਕੇ ਕੋਈ ਗੱਲ ਕਰੇ। ਜੇ ਤਾਂ ਉਹ ਅਸਲੀਅਤ 'ਚ ਆਪਣੇ ਆਪੇ ਨੂੰ ਜਾਣ ਜਾਵੇ, ਫਿਰ ਤਾਂ ਉਹ ਗੱਲ ਕਹੂਗਾ ਵੀ ਹਾਂ ਬੁਲਾਇਆ ਬੋਲਿਆ ਖਸਮ ਦਾ, ਫਿਰ ਨਹੀਂ ਉਹ ਕਹਿ ਸਕਦਾ। ਦੁਨੀਆ ਦੇ ਵਿੱਚ ਜਿੱਡਾ ਇਹ ਸੰਸਾਰ ਚੱਲ ਰਿਹਾ, ਚਾਹੇ ਕਿੱਥੋਂ ਤੱਕ ਵੀ ਖਿੱਤਾ ਹੈ, ਉਹਦੇ ਵਿੱਚ ਸਿਰਫ ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਆ, ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਅਸੀਂ ਕਿਸੇ ਦੇ ਬੁਲਾਇਆ ਬੋਲਦੇ ਹਾਂ। ਹੋਰ ਤੁਹਾਨੂੰ ਕਿਸੇ ਧਰਮ ਦੇ ਗ੍ਰੰਥ ਵਿੱਚ ਇਹ ਸ਼ਬਦ ਨਹੀਂ ਮਿਲਦਾ, ਔਰ ਨਾ ਕਿਸੇ ਧਰਮ ਦੇ ਆਗੂ ਨੇ ਇਹ ਗੱਲ ਕਹੀ ਹੈ ਕਿ ਅਸੀਂ ਰੱਬ ਦੇ ਬੁਲਾਇਆ ਬੋਲੇ। ਨਾ ਅੱਜ ਕੋਈ ਸੰਤ ਕਹਿੰਦਾ, ਸਾਰੇ ਕਹਿੰਦੇ ਸਾਡੇ ਬਚਨ ਨੇ, ਸਾਡਾ ਹੁਕਮ ਮੰਨੋ। ਕੋਈ ਨਹੀਂ ਕਹਿ ਰਿਹਾ ਕਿ ਪਰਮੇਸ਼ਰ ਦੇ ਹੁਕਮ 'ਚ ਰਹਿਣਾ, ਉਹਦਾ ਮੰਨੋ, ਨਹੀਂ ਕਹਿ ਰਿਹਾ, ਕਿਉਂਕਿ ਪਰਮੇਸ਼ਰ ਦਾ ਹੁਕਮ ਤਾਂ ਦੀਂਦਾ ਹੀ ਨਹੀਂ। ਜਿਨ੍ਹਾਂ ਨੂੰ ਪਰਮੇਸ਼ਰ ਦਾ ਹੁਕਮ ਦੀਂਦਾ ਸੀ, ਉਹਨਾਂ ਨੇ ਆਖਿਆ ਕਿ ਉਹਦੇ ਭਾਣੇ ਵਿੱਚ ਰੱਖੋ, ਉਹਦੀ ਰਜਾ ਵਿੱਚ ਰਹੋ, ਉਹਦੇ ਹੁਕਮ ਵਿੱਚ ਰਹੋ। ਵਰਤੇ ਸਭ ਕੁਝ ਤੇਰਾ ਭਾਣਾ, ਉਹ ਕਹਿੰਦੇ ਉਹਦਾ ਭਾਣਾ ਵਰਤ ਰਿਹਾ, ਉਹ ਤੁਹਾਡੇ ਹਿਰਦੇ 'ਚ ਵੀ ਹੈ, ਤੁਹਾਡਾ ਆਪਣਾ ਮੂਲ ਹੈ। ਵਰਤੇ ਸਭ ਕੁਝ ਤੇਰਾ ਭਾਣਾ, ਕਹਿੰਦੇ ਤੇਰੇ ਅੰਦਰ ਵੀ ਤਾਂ ਤੇਰਾ ਮੂਲ ਹੈ, ਤੇਰੇ ਮੂਲ ਦਾ ਹੀ ਭਾਣਾ ਵਰਤਦਾ। ਉਸ ਭਾਣੇ ਨੂੰ ਬਸ ਜਾਣਨਾ ਤੂੰ, ਜਿੱਦਣ ਤੂੰ ਜਾਣ ਲਿਆ ਤਾਂ ਸਾਰਾ ਕੁਝ ਪਤਾ ਲੱਗ ਜਾਣਾ। ਜੇ ਉਹ ਭਾਣਾ ਜਾਣੇ ਤੋਂ ਬਿਨਾਂ ਹੀ ਕੋਈ ਗੱਲ ਬਣਾ ਕੇ, ਪਾਤਸ਼ਾਹ ਕਹਿੰਦੇ ਨਾਨਕ ਜੇ ਕੋ ਆਪੋ ਜਾਣਾ ਤਾਂ ਅੱਗੇ ਗਿਆ ਨਾ ਸੋਭਾ, ਫਿਰ ਅੱਗੇ ਗਿਆ ਉਹ ਸੋਭਾ ਨਹੀਂ ਪਾਊਗਾ, ਕਿਉਂਕਿ ਉਹਨੇ ਤਾਂ ਸਾਰਾ ਕੁਝ ਭਾਣੇ ਤੋਂ ਉਲਟ ਚੱਲਿਆ, ਜਿਵੇਂ ਹੁਣ ਸਾਡੇ ਵੀ ਸਿੱਖ ਮਤ 'ਚ ਚੱਲਦਾ ਹੀ ਹੈ। ਗੁਰਬਾਣੀ ਦੇ ਸ਼ਬਦ ਜ਼ਰੂਰ ਵਰਤੇ ਜਾਂਦੇ ਨੇ, ਪ੍ਰਚਾਰ ਗੁਰਬਾਣੀ ਦੇ ਸ਼ਬਦਾਂ ਦਾ ਜ਼ਰੂਰ ਕੀਤਾ ਜਾਂਦਾ, ਪਰ ਜਦੋਂ ਉਹਨੂੰ ਅਮਲ 'ਚ ਲਿਆਇਆ ਜਾਂਦਾ ਹੈ ਤਾਂ ਉਹ ਸਾਰਾ ਕੁਝ ਗੁਰਬਾਣੀ ਤੋਂ ਉਲਟ ਅਮਲ 'ਚ ਲਿਆਇਆ ਜਾਂਦਾ। ਫਿਰ ਇਹ ਮੇਰੇ ਮਨਾ ਤੂੰ ਅੱਗੇ ਸੋਭਾ ਨਹੀਂ ਪਾਏਗਾ। ਸੋ ਹਜੇ ਵੀ ਤੇਰੇ ਕੋਲ ਸਮਾਂ ਹੈ, ਜੇ ਤੂੰ ਆਪਣੇ ਆਪ ਨੂੰ ਜਾਣ ਲਵੇਂ ਵੀ ਅਸਲੀਅਤ 'ਚ ਗੱਲ ਕੀ ਹੈ, ਤੇ ਜਦੋਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਜਾਣ ਲਏਗਾ, ਤੈਨੂੰ ਹੁਕਮ ਬਾਰੇ ਪਤਾ ਲੱਗੂਗਾ, ਫਿਰ ਤੂੰ ਅੱਗੇ ਜਾ ਕੇ ਸੋਭਾ ਵੀ ਪਾਵੇਂਗਾ। ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ, ਜੇ ਤੂੰ ਉਹਦੀ ਰਜਾ 'ਚ ਚੱਲੇਗਾ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ